ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗ ਧਨਾਸਰੀ ਮਹਿਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਲਿਆਨ ਲੋ ਪਵਨ ਜੋਰੋ करे, सगल बन राय बुलंद ज्योति। कैसी आरती होए पवखन न तेरी आरती, अनहत्ता शब्द वजंत पेरी राव। सहस ताव नैन नन नैन है तोए को, सहस मूर्त नन्ना एक तू ही। सहस पद बिमल नन एक पद, गंध बिन सहस ताव गंध एव चलित मोही। सब में जोत जोत है सोए, तिसदा चानन सब में चानन होए। गुर साखी जोत प्रगट होए, जोत पावै सो आरती होए। हर चरण कमल मकरंद, लोभित मनो अन दिनो मुआई प्यासा। कृपा जल दे नानक सारिं को, होए जाते तेरा नोय वासा। ਇਹ ਪਾਵਨ ਸ਼ਬਦ ਤਨਾਸੀ ਰਾਗ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਸਾਡੇ ਨਿਤਨੇਮ ਦੇ ਵਿੱਚ ਇਹ ਸ਼ਬਦ ਸ਼ਾਮਲ ਹੈ। ਇਸ ਸ਼ਬਦ ਦੀ ਰਾਵ ਦੀ ਪੰਕਤੀ ਹੈ, ਕੈਸੀ ਆਰਤੀ ਹੋਏ ਭਵ ਖੰਡਨ ਤੇਰੀ ਆਰਤੀ, ਅਣਹਤ ਸ਼ਬਦ ਵਾਜੰਤ ਪੇਰੀ। ਇਤਿਹਾਸ ਦੱਸਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਆਪਣੀ ਉਦਾਸੀਆਂ ਦੇ ਦੌਰਾਨ ਜਦੋਂ ਗੁਰੂ ਜੀ ਜਗਨਨਾਥਪੁਰੀ ਪਹੁੰਚੇ, ਉਸ ਵੇਲੇ ਉਹਨਾਂ ਦਾ ਕੋਈ ਤਿਉਹਾਰ ਸੀ ਅਤੇ ਵਿਸ਼ੇਸ਼ ਆਰਤੀ ਜਗਨਨਾਥ ਦੀ ਮੂਰਤੀ ਦੀ ਕੀਤੀ ਜਾਣੀ ਸੀ। ਅਤੇ ਉਹਨਾਂ ਨੇ ਗੁਰੂ ਸਾਹਿਬ ਨੂੰ ਕਿਹਾ, ਜੇ ਤੁਸੀਂ ਸਾਰੇ ਸੰਸਾਰ ਨੂੰ ਦਾ ਪਰਮ ਪਿਤਾ ਇੱਕ ਸਮਝਦੇ ਹੋ, ਸਾਰੇ ਸੰਸਾਰ ਨੂੰ ਆਪਸੀ ਰਿਸ਼ਤਾ ਭਾਈਆਂ ਭੈਣਾਂ ਵਾਲਾ ਸਮਝਦੇ ਹੋ, ਤਾਂ ਕਿਸੇ ਨੂੰ ਆਪਣਾ ਕਿਸੇ ਨੂੰ ਬੇਗਾਨਾ ਨਹੀਂ ਸਮਝਦੇ, ਤਾਂ ਫਿਰ ਚਲੋ ਸਾਡੇ ਨਾਲ ਆਰਤੀ ਕਰੋ ਜਗਨਨਾਥ ਦੀ। ਗੁਰੂ ਸਾਹਿਬ ਅੰਦਰ ਗਏ, ਪਰ ਉੱਥੇ ਜਾ ਕੇ ਦੇਖਿਆ ਉੱਥੇ ਦੇ ਜਗਤ ਦੇ ਨਾਥ ਦੀ ਉਹਨਾਂ ਨੂੰ ਪਛਾਣ ਹੀ ਨਹੀਂ ਸੀ। ਉਹ ਤਾਂ ਅੰਦਰ ਜੋ ਮੂਰਤੀਆਂ ਸਨ ਜਗਨਨਾਥਪੁਰੀ ਦੇ ਮੰਦਰ ਵਿੱਚ, ਉਹਨਾਂ ਮੂਰਤੀਆਂ ਦੇ ਦੁਆਲੇ ਥਾਲੀਆਂ ਵਿੱਚ ਸਮਗਰੀ ਪਾ ਕੇ ਘੁਮਾ ਕੇ ਥਾਲੀਆਂ ਆਰਤੀ ਕਰ ਰਹੇ ਸਨ ਉਹ ਬੁੱਤ ਦੀ ਮੂਰਤੀ ਦੀ। ਕਿਉਂਕਿ ਗੁਰਬਾਣੀ ਜਿਹੜੀ ਹੈ ਇਹ ਕਿਸੇ ਕਿਰਤਮ ਦੀ ਪੂਜਾ ਨਹੀਂ ਕਰਦੀ। ਗੁਰਬਾਣੀ ਸਾਨੂੰ ਕਿਰਤਮ ਦੀ ਥਾਂ 'ਤੇ ਕਰਤੇ ਦੀ ਪੂਜਾ ਵੱਲ ਪ੍ਰੇਰਦੀ ਹੈ। ਉਸ ਦੀ ਪੈਦਾ ਕੀਤੀ ਕੋਈ ਚੀਜ਼, ਇਨਸਾਨ ਦੀ ਬਣਾਈ ਹੋਈ ਕੋਈ ਚੀਜ਼ ਜਾਂ ਦ੍ਰਿਸ਼ਟਮਾਨ ਸੰਸਾਰ 'ਚ ਕੋਈ ਵੀ ਹਸਤੀ ਜਿਹੜੀ ਹੈ ਉਹ ਪੂਜਨਯੋਗ ਨਹੀਂ ਹੈ। ਪੂਜਨਯੋਗ ਕੇਵਲ ਨਿਰੰਕਾਰ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਹੈ। ਇਸ ਲਈ ਗੁਰੂ ਜੀ ਉਸ ਆਰਤੀ ਸ਼ਾਮਲ ਨਹੀਂ ਹੋਏ। ਬਾਹਰ ਆ ਕੇ ਆਸਮਾਨ ਵੱਲ, ਚੰਦ ਤਾਰਿਆਂ, ਸੂਰਜ ਵੱਲ, ਬਨਸਪਤੀ ਵੱਲ ਸਾਰੇ ਪਾਸੇ ਨਜ਼ਰ ਮਾਰ ਕੇ ਪਰਮਾਤਮਾ ਦੇ ਸਰਗੁਣ ਰੂਪ ਦੇ ਦਰਸ਼ਨ ਕਰਕੇ ਨਿਹਾਲ ਹੋਏ ਪਏ ਸਨ। ਆਰਤੀ ਮੁਕਾ ਕੇ ਪੰਡਿਤ ਬਾਹਰ ਆਏ, ਉਹਨਾਂ ਨੇ ਕਿਹਾ ਜੀ ਤੁਸੀਂ ਆਰਤੀ ਨਹੀਂ ਕੀਤੀ। ਉਸ ਵੇਲੇ ਗੁਰੂ ਸਾਹਿਬ ਨੇ ਗੱਲ ਸਮਝਾਈ ਕਿ ਤੁਸੀਂ ਜਗਨਨਾਥ ਕਹਿੰਦੇ ਹੋ ਮੂਰਤੀ ਨੂੰ। ਜਗਨਨਾਥ ਦਾ ਮਤਲਬ ਜਗਤ ਦਾ ਨਾਥ। ਜਗਤ ਦਾ ਨਾਥ ਇਹ ਮੂਰਤੀ ਨਹੀਂ ਹੈ। ਉਹ ਨਿਰੰਕਾਰ ਜੋਤ ਜਿਹੜੀ ਹੈ ਉਹ ਜਗਤ ਦਾ ਨਾਥ, ਜਗਤ ਦੀ ਮਾਲਕ ਹੈ। ਉਸ ਦੀ ਆਰਤੀ ਦੀ ਕੋਈ ਕਰ ਹੀ ਨਹੀਂ ਸਕਦਾ। ਉਹ ਇਤਨਾ ਵੱਡੀ ਹਸਤੀ ਹੈ, ਇਤਨਾ ਬੜਾ ਉਸਦਾ ਆਰਾ ਪਾਰ ਕੋਈ ਨਹੀਂ, ਬੇਅੰਤ ਹਸਤੀ ਹੈ। ਉਹਦਾ ਕਿਸੇ ਥਾਲੀ ਦੇ ਵਿੱਚ ਦੀਵੇ ਮਚਾ ਕੇ ਜਾਂ ਹੋਰ ਸਮੱਗਰੀ ਪਾ ਕੇ ਅਰਦਾਸ ਨਹੀਂ ਕੀਤੀ ਜਾ ਸਕਦੀ, ਉਹਦੀ ਆਰਤੀ ਨਹੀਂ ਕੀਤੀ ਜਾ ਸਕਦੀ। ਉਹਦੀ ਆਰਤੀ ਦੇ ਸਹਿਜ ਸਿਵਾਏ ਆਪਣੇ ਆਪ ਸਾਰੀ ਬਨਸਪਤੀ, ਸਾਰਾ ਸੰਸਾਰ, ਸਾਰੇ ਗ੍ਰਹਿ ਮੰਡਲ ਸਭ ਉਹਦੀ ਆਰਤੀ ਕਰ ਰਹੇ ਨੇ। ਉਹਦੇ ਭਾਣੇ ਵਿੱਚ, ਉਹਦੀ ਰਜ਼ਾ ਵਿੱਚ, ਉਹਦੀ ਭਾਈ ਕਾਰ ਜਿਹੜੀ ਹੈ ਨਿਭਾ ਕੇ ਉਹਦੀ ਪਰਮਾਤਮਾ ਦੀ ਪੂਜਾ ਭਗਤੀ ਔਰ ਆਰਤੀ ਕਰ ਰਹੇ ਨੇ। ਗੁਰੂ ਸਾਹਿਬ ਕਹਿੰਦੇ ਉਹ ਕਿਵੇਂ? ਗੁਰੂ ਸਾਹਿਬ ਨੂੰ ਪੁੱਛਿਆ ਗਿਆ ਕਿਵੇਂ, ਅਤੇ ਗੁਰੂ ਸਾਹਿਬ ਨੇ ਸ਼ਬਦ ਉਚਾਰਨ ਕੀਤਾ, ਗਗਨ ਮੈਂ ਥਾਲ। ਉਹ ਇਤਨਾ ਵੱਡਾ ਪਰਮਾਤਮਾ ਦਾ ਸਰੂਪ ਇੰਨਾ ਵੱਡਾ ਹੈ, ਜਲ ਥਲਾਂ ਵਿੱਚ ਸਮਾਇਆ ਹੋਇਆ, ਕਿ ਉਹਦੇ ਲਈ ਇਹ ਛੋਟੀ ਜਿਹੀ ਥਾਲੀ ਨਹੀਂ ਬਲਕਿ ਗਗਨ ਰੂਪੀ ਥਾਲ, ਆਕਾਸ਼ ਜਿਹੜਾ ਹੈ ਇਹ ਮਾਨੋ ਇੱਕ ਥਾਲ ਹੈ ਉਹਦੀ ਆਰਤੀ ਲਈ। ਰਵ ਚੰਦ ਦੀਪਕ ਬਣੇ। ਰਵ ਸੂਰਜ ਦੇ ਚੰਦ, ਚੰਦਰਮਾ ਅਤੇ ਸੂਰਜ ਮਾਨੋ ਉਸ ਥਾਲ ਵਿੱਚ ਦੋ ਦੀਵੇ ਜਗ ਰਹੇ ਨੇ। ਤਾਰਿਕਾ ਮੰਡਲ ਜਨਕ ਮੋਤੀ, ਅਤੇ ਤਾਰਿਆਂ ਦਾ ਜਿਹੜਾ ਮੰਡਲ ਹੈ ਇਹ ਮਾਨੋ ਇਸ ਅਸਮਾਨ ਰੂਪੀ ਥਾਲ ਵਿੱਚ ਪ੍ਰਭੂ ਦੀ ਆਰਤੀ ਲਈ ਮੋਤੀ ਪਏ ਹੋਏ ਨੇ। ਧੂਪ ਮਲਿਆਨ ਲੋ, ਅਤੇ ਮੱਲਿਆਂ ਦੇ ਪਰਬਤਾਂ ਤੋਂ ਚੰਦਨ ਦੇ ਬੂਟਿਆਂ ਦੀ ਉੱਡ ਰਹੀ ਸੁਗੰਧੀ ਮਾਨੋ ਧੂਪ ਕਰ ਰਹੀ ਹੈ। ਪਵਨ ਚਬਰੋ ਕਰੇ, ਅਤੇ ਪਵਨ ਜਿਹੜੀ ਹੈ ਸਾਰੇ ਪਾਸੇ ਉਹ ਜਿਹੜੀ ਵਗਦੀ ਹੈ ਪਵਨ,
ਇਹ ਮਾਨੋ ਇੱਧਰ ਉੱਧਰ ਵਗ ਕੇ ਚੌਰ ਕਰਦੀ ਹੈ, ਜਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਚੋਰ ਕਰਦੇ ਹਾਂ, ਚੋਰ ਇੱਧਰ ਉੱਧਰ ਸੱਜੇ ਖੱਬੇ ਉਹਨਾਂ ਤੋਂ ਵਾਰ ਕੇ ਚੋਰ ਕੀਤੀ ਜਾਂਦੀ ਹੈ। ਇਸ ਤਰ੍ਹਾਂ ਪਵਨ ਜਿਹੜੀ ਹੈ ਇਹ ਉਸ ਪ੍ਰਭੂ ਦੀ ਕੁਦਰਤ ਵਾਰਨੇ ਹੋ ਕੇ ਚੌਰ ਕਰ ਰਹੀ ਹੈ। ਸਗਲ ਬੰਡ ਰਾਏ ਫੁਲੰਤ ਜੋਤੀ, ਸਾਰੀ ਬਨਸਪਤੀ ਮਾਨੋ ਇਹ ਫੁੱਲ ਜਿਹੜੇ ਤੁਸੀਂ ਪਾਏ ਹੋਏ ਨੇ ਥਾਲੀ ਵਿੱਚ, ਇਹ ਉਹ ਸਾਰੀ ਬਨਸਪਤੀ ਜਿਹੜੀ ਹੈ ਇਹ ਫੁੱਲਾਂ ਦੀ ਕੰਮ ਕਰ ਰਹੀ ਹੈ। तो एक ऐसी आरती हो रही है जिहदे विच आकाश वर्गा थाल और चंद सूरज वर्गे दीवे, तारियां वर्गे मोती और इतनी वड्डी खुशबू जिहड़ी है सुगंधी मलिया प्रभु तों उड़ के वातावरण नूं सुगंधित बना रही है। तो पवन सारे संसार विच झुल के आसे पासे वो जाके चमर कर रही है। तो गुरु जी की तसव्वुर विच वो परमात्मा इन्ना वड्डा सी कि उहदी आरती वास्ते इस किस्म की समग्री की जी लोड़ सी। तो गुरु साहब ने कहा भी देखो एक कैसी आरती हो रही है प्रभु की, उहदी रज़ा विच किस तरह ये सारियां चीज़ां बधी हुई, उहदी सेवा करें, कैसी आरती होए। पावु खंडना तेरी आरती, अणहत्ता शब्द वाजंत पेरी। इत्थे अणहत्ता शब्द एक तार प्रभु की जोत का शब्द वज रहा है। अणहत्ता शब्द वाजंत पेरी, पेरी मैन शहनाई, उहदी जोत रूपी अंदरों अंदर जिहड़ी उहदी बंसरी बज रही है, धन धन राम बैन बाजा। ये मानो आत्मक जोत जिहड़ी है हर शरीर दे विच तुनकार दे रही है, ये मानो शहनाई बज रही है। तो इस भाव खंडन भाव सागर तू मुक्त करने वाले, भाव नूं खंडन वाले ये परमात्मा तेरी कैसी आरती हो रही है। गुरु जी इस आरती नूं वेख रहे सन, जिहड़ी सारी बनस्पति सारी कुदरत प्रभु की आरती कर रही है। तो फिर गुरु जी कहते हैं भी तुसी मूर्ति दियाँ चेहरे अगे, अखां अगे, शरीर अगे, चरना अगे थाली फेर के समझो कि तुसी भगवान की आरती कर रहे हो, परमात्मा की आरती कर रहे हो। पर मैं जिस हस्ती नूं परमात्मा समझदा हाँ, उहदियां ते हज़ारां अखां ने, सैस तब नैन। उस परमात्मा प्रभु तेरे हज़ारां ही नैन हैं, अखां हैं। नन नैन हैं धोए को। तो जिमें किसी एक व्यक्ति या किसी एक संसारी जीव दी दो अखां होंदियां ने, इस तरह दे उहदा कोई वजूद नहीं, शरीर नहीं जिहदियां दो अखां जिहदे सामने कोई थाली फेरी जा सके। नन नैन है धोए को, इदां दे तेरे कोई अखां नहीं हैं। उहदी जिन्नियां भी अखां नाल संसार वेख रहा सारियां सैस तब नैन, सारे तेरियां ही अखां ने। इन्हां शरीरां विच इन्नियां लगियां अखां नाल तू सारे संसार नूं सरगुण रूप हो के देख रहे हैं। सैस मूरत ना एक तू ही, ये सारे शरीर रूपी मूर्तियां तेरियां ही ने। सैस मूर्त हज़ारां मूर्तां तेरियां ने, नन एक तू ही। पर किसी एक खास शरीर नूं तेरी मूर्ति कहा जाए, किसी खास वजूद नूं तेरी मूर्ति कहा जाए, ये कहना तेरी तोहिन होएगी, क्योंकि तू इतना वड्डा है कि तेरी कोई किसी मूर्ति समा नहीं सकता। ना ना एक तो ही, कोई एक तेरी मूर्ति नहीं है। उंज जितने संसार जीव दिस रहे हैं सगल रूप, ये सारा तेरी ही मूर्त है। सैस पद बेमल, इस उसी बिंबल पढ़ जाते हैं, बिंबल नहीं है बेमल। मल तू रैत, बे प्लस मल दो लफ्ज़ों के संयोग नाल शब्द बनया बेमल। सैस पद बेमल, पद मैंने पैर, हज़ारां ही तेरे पवित्र चरण निर्मल पैर हैं। नन एक पद, पर किसी एक शरीर धारी न होने के कारण तेरे कोई इस तरह के दो चरण कोई पैर नहीं हैं जिमें असां व्यक्तियों के ने जिन्हों के अगे थाली फेर के आरती की जाए। तेरे किहड़े किहड़े पैरां अगे थाली फेरी जाए, किहड़ियां अखां अगे थाली फेरी जाए, किहड़ी मूरत अगे थाली फेरी जाए। सारा संसार तेरी मूरत है, सारे संसार के नेत्र तेरियां अखां ने जिन्होंने तू संसार देख रहे हैं। तो सारे संसार के पैरों नाल तू तुर रहे हैं, किते दो पाए किते चार पाए किते रिंग के, ये सारे पैर भी तेरे ही ने। पर किसी एक मूर्ति कोई तेरी नहीं, एक वजूद तेरा नहीं जिहदे अगे आरती की जा सके। तो गंध बिन, गंध कहने नासका नूं नक नूं, तू नक तू बिना है। सहस तब गंध, पर हज़ारां नक्कां दे राही तू ही ये सारी सुगंधी लै रहा है। ये विचलित मोही, तेरा एक खेल तेरा एक कौतुक देख के मैं मोही गई हाँ। परमात्मा कैसा तू विशाल हस्ती का मालिक है, और कैसी विशाल तेरी आरती हो रही है। उंज तेरा कोई एक शरीर ना होने करके तेरी आरती ये व्यक्ति उतार नहीं सकते, इंसान नहीं उतार सकते। तो तेरी ऐसी कुदरती हो रही आरती नूं देख के मैं मोही गई हाँ। सब में जोत जोत है सोए, हर जीव विच तेरी जोत है, तो हर शरीर भी तेरी जोत शरीर तू कम लै रही है। सब में जोत जोत है सोए, तिसदा चानन सब में चानन होए। ये जोत का दीवा, जोत दी अंदर जो शरीर विच आत्मक जोत बग रही है, जल रही है, तो शरीर की जिंदगी जिहड़ी है
ਇਹ ਹੈ। ਜਦੋਂ ਆਤਮਿਕ ਜੋਤ ਸਰੀਰ 'ਚ ਬੁੱਝ ਜਾਂਦੀ ਹੈ ਤਾਂ ਫਿਰ ਇਹ ਸਰੀਰ ਮਿੱਟੀ ਦੀ ਢੇਰੀ ਹੋ ਜਾਂਦਾ ਹੈ। ਤੋ ਤਿਸ ਦਾ ਚਾਨਣ ਸਭ ਵਿੱਚ ਚਾਨਣ, ਤੇ ਤੇਰੇ ਚਾਨਣ ਦੇ ਕਾਰਨ ਇਹ ਸਾਰੇ ਸਰੀਰਾਂ ਵਿੱਚ ਚਾਨਣ, ਪਾਪ ਸਰੀਰਾਂ ਵਿੱਚ ਜਿੰਦ ਜਾਨ ਹੈ। ਤੋ ਮਾਨੋ ਇਹਨਾਂ ਸਾਰੇ ਸਰੀਰਾਂ ਵਿੱਚ ਤੂੰ ਹੀ ਜੋਤ ਆਪਣੀ ਜਗਾ ਕੇ ਤੂੰ ਸਰੀਰਾਂ ਰਾਹੀਂ ਸੰਸਾਰ ਦਾ ਕਾਰ ਵਿਹਾਰ ਕਰ ਰਿਹਾ ਹੈ। ਗੁਰ ਸਾਖੀ ਜੋਤ ਪ੍ਰਗਟ ਹੋਏ। ਇਹ ਜਿਹੜੀ ਰੱਬੀ ਜੋਤ ਜਿਹੜੇ ਸਾਰੇ ਸਰੀਰ ਵਿੱਚ ਬੈਠੀ ਸਾਰੇ ਕਾਰ ਵਿਹਾਰ ਕਰ ਰਹੀ ਹੈ, ਇਹ ਇਸ ਤਰ੍ਹਾਂ ਨਹੀਂ ਪ੍ਰਗਟ ਹੁੰਦੀ, ਗੁਰੂ ਦੀ ਸਿੱਖਿਆ ਨਾਲ ਹੁੰਦੀ। ਗੁਰ ਸਾਖੀ, ਜੇ ਗੁਰੂ ਦੀ ਸਿੱਖਿਆ 'ਤੇ ਤੁਰਿਆ ਜਾਏ, ਗੁਰੂ ਦੇ ਹੁਕਮਾਂ ਅਨੁਸਾਰ ਤੁਰਿਆ ਜਾਏ ਤਾਂ ਇਹ ਜੋਤ ਪ੍ਰਗਟ ਹੋ ਸਕਦੀ ਹੈ। ਗੁਰ ਸਾਖੀ ਜੋਤ ਪ੍ਰਗਟ ਹੋਏ ਹੈ। ਸਾਰਿਆਂ ਅੰਦਰ ਇਹ ਜੋਤ ਹੈ, ਚਾਹੇ ਕੋਈ ਇਸ ਨੂੰ ਮੰਨੇ ਨਾ ਮੰਨੇ, ਚਾਹੇ ਪ੍ਰਭੂ ਦੀ ਹਸਤੀ ਵਿੱਚ ਕੋਈ ਵਿਸ਼ਵਾਸ ਰੱਖੇ ਨਾ ਰੱਖੇ, ਪਰ ਇਹ ਜੋਤ ਹੈ ਸਾਰੇ ਵਿੱਚ ਹੈ। ਪ੍ਰਗਟ ਉਹਨਾਂ ਦੇ ਹੁੰਦੀ ਹੈ ਜਿਹੜੇ ਗੁਰੂ ਦੀ ਸਿੱਖਿਆ 'ਤੇ ਤੁਰਦੇ ਨੇ। ਜੋ ਤਿਸ ਭਾਵ ਹੈ ਸੋ ਆਰਤੀ ਹੋਏ। ਇਸ ਲਈ ਬਈ ਜੋ ਉਹਨੂੰ ਭਾਵੇ ਉਹੀ ਆਰਤੀ ਹੋ ਸਕਦੀ ਹੈ। ਸਾਡੀ ਕੀਤੀ ਕੋਈ ਆਰਤੀ ਉਹਦੀ ਕੀਤੀ ਨਹੀਂ ਜਾ ਸਕਦੀ। ਹਰ ਚਰਨ ਕਮਲ ਮਕਰੰਦ ਲੋਭਿਤ ਮਨੋ, ਲੋਭਿਤ ਮਨੋ, ਮੇਰਾ ਮਨ ਲੋਭ ਕਰ ਰਿਹਾ, ਮੇਰਾ ਮਨ ਤੰਗ ਕਰ ਰਿਹਾ ਕਿ ਹਰ ਚਰਨ ਕਮਲ ਮਕਰੰਦ, ਤੇਰੇ ਚਰਨ ਕਮਲਾਂ ਦੀ ਖੁਸ਼ਬੂਈ, ਚਰਨ ਕਰਮਾਂ ਦੀ ਸੁਗੰਧੀ, ਅਨ ਦਿਨ ਮੁਆਹੇ ਪਿਆਸਾ, ਮੇਰੀ ਦਿਨ ਰਾਤ ਇਹੀ ਮੇਰੀ ਪਿਆਸ ਹੈ, ਮੇਰੀ ਤਾਂਘ ਹੈ ਕਿ ਮੇਰੇ ਤੇਰੇ ਚਰਨਾਂ ਕਮਲਾਂ ਦਾ ਪਿਆਰ ਮੇਰੇ ਹਿਰਦੇ ਵਿੱਚ ਮਨ ਵਿੱਚ ਟਿਕਿਆ ਰਹੇ। ਕਿਰਪਾ ਜਲ ਦੇ, ਉਹ ਆਪਣਾ ਅੰਮ੍ਰਿਤਮਈ ਨਾਮ ਜਲ ਮੈਨੂੰ ਦੇ। ਕਿਰਪਾ ਜਲ ਦੇ ਨਾਨਕ ਸਾਰੰਗ ਕੋ, ਮੈਂ ਪਪੀਏ ਨੂੰ, ਸਾਰੰਗ ਪਪੀਏ ਨੂੰ ਜਿਹੜਾ ਪ੍ਰਿਉ ਪ੍ਰਿਉ ਕਰਕੇ ਸ਼ਾਂਤੀ ਬੂੰਦ ਲਈ ਤਰਸਦਾ ਹੈ, ਮੈਂ ਤੇਰੇ ਨਾਮ ਦੀ ਉਸ ਅੰਮ੍ਰਿਤ ਬੂੰਦ ਲਈ ਤਰਸਦਾ ਹਾਂ। ਨਾਰੰਗ ਸਾਰਿੰਗ ਕੋ ਹੋ ਜਾਂਦੇ ਤੇਰਾ ਨਾਮ ਵਾਸਾ, ਜਿਹਦੇ ਆਸਰੇ ਤੇਰੇ ਨਾਮ ਵਿੱਚ ਮੇਰਾ ਵਾਸਾ ਹੋ ਜਾਏ, ਤੇਰੀ ਉਸ ਪਾਵਨ ਜੋਤ ਵੀ ਮੇਰੀ ਸੁਰਤੀ ਟਿਕ ਜਾਏ, ਮੈਂ ਉਹਦੇ ਵਿੱਚ ਸਮਾ ਜਾਵਾਂ। ਤੋ ਇਹ ਸ਼ਬਦ ਜਿਹੜਾ ਹੈ ਉਸ ਅਕਾਲ ਪੁਰਖ ਦੀ ਵਿਸ਼ਾਲ ਸਰੂਪ ਅਤੇ ਹੋ ਰਹੀ ਉਹਦੀ ਵਿਸ਼ਾਲ ਆਰਤੀ, ਕਿਤਨੀ ਬਨਸਪਤੀ ਖੰਡ ਬ੍ਰਹਮੰਡ ਉਹਦੇ ਚਰਨਾਂ ਦੇ ਦੁਆਲੇ ਘੁੰਮ ਰਹੇ ਨੇ। ਉਹਦੇ ਹੁਕਮ ਵਿੱਚ ਵਿਚਰ ਕੇ ਉਹਦੀ ਆਰਤੀ ਮਾਣੋ, ਉਹਦੀ ਗੁਣ ਗਾਰਨ ਦੀ ਭਗਤੀ ਕਰ। ਜਿਸ ਤਰ੍ਹਾਂ ਸੋਧਰ ਵਾਲੇ ਸ਼ਬਦ ਵਿੱਚ ਉਹਦੇ ਗੁਰੂ ਜੀ ਨੇ ਦੱਸਿਆ ਹੈ ਕਿ ਪੌਣ ਪਾਣੀ ਬੈਸੰਦਰ ਖੰਡ ਬ੍ਰਹਮੰਡ ਸਭ ਉਹਦੇ ਗੁਣ ਗਾ ਰਹੇ ਨੇ। ਤੋ ਸਿੱਖੀ ਵਿੱਚ ਜੋ ਪ੍ਰਭੂ ਦਾ ਰੂਪ ਹੈ, ਪ੍ਰਭੂ ਦਾ ਸਰੂਪ ਹੈ, ਉਹ ਇੰਨਾ ਵੱਡਾ ਵਿਸ਼ਾਲ ਰੂਪ ਹੈ ਜਿਹਦੇ ਸਾਹਮਣੇ ਚੰਨ ਸੂਰਜ ਦੀਵੇ ਨੇ ਔਰ ਆਕਾਸ਼ ਇੱਕ ਗਗਨ ਜਿਹੜਾ ਹੈ ਇੱਕ ਥਾਲ ਸਮਾਨ ਹੈ। ਤੋ ਐਸਾ ਉੱਚਾ ਤਸੱਵਰ ਗੁਰੂ ਸਾਹਿਬ ਦਾ ਸੀ ਜਿਹੜਾ ਕਿ ਉਹਨਾਂ ਪਾਂਡਿਆਂ ਕੋਲ ਨਹੀਂ ਸੀ, ਤੇ ਉਹ ਕਿਸੇ ਬੁੱਤ ਦੀ ਆਰਤੀ ਉਚਾਰ ਰਹੇ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।